ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਕੋਵਿਡ ਦਾ ਕਹਿਰ ਇਸ ਵੇਲੇ ਆਪਣੇ ਦੇਸ਼ ਭਾਰਤ ਵਿੱਚ ਸਿਖਰਾਂ ਤੇ ਆ। ਵੈਸੇ ਤਾਂ ਸਾਰੀ ਦੁਨੀਆ 'ਚ ਆ ਔਰ ਸਾਰੀ ਦੁਨੀਆ ਦੇ ਦੇਸ਼ਾਂ ਨੇ ਕਾਫੀ ਪ੍ਰੀਕਾਸ਼ਨਸ ਲਈਆਂ, ਲੇਕਿਨ ਅਨਫੋਰਚੂਨੇਟਲੀ ਸ਼ਾਇਦ ਆਪਣੀ ਤਿਆਰੀ ਨਹੀਂ ਸੀਗੀ ਜਾਂ ਸਾਡੇ ਰਾਜ ਕਰਨ ਵਾਲੇ ਜਿਹੜੇ ਘੱਟੋ ਘੱਟ ਨੈਸ਼ਨਲ ਲੈਵਲ ਦੇ ਸੀ ਉਹ ਓਵਰ ਕੌਨਫੀਡੈਂਸ ਵਿੱਚ ਆ ਗਏ। ਅੱਜ ਵੀ ਡਾਕਟਰ ਫੌਕੀ ਜਾਂ ਡਾਕਟਰ ਫੌਸ਼ੀ ਨੇ ਜਿਹੜੇ USA ਦੇ ਐਡਵਾਈਜ਼ਰ ਨੇ, ਹੈਲਥ ਐਡਵਾਈਜ਼ਰ ਨੇ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਦੇ, ਉਹਨਾਂ ਨੇ ਕਿਹਾ ਕਿ ਇੰਡੀਆ ਦੀ ਗਵਰਨਮੈਂਟ ਨੇ ਇਹਨੂੰ ਬਹੁਤ ਲਾਈਟਲੀ ਲੈ ਲਿਆ ਫਰਸਟ ਵੇਵ ਨੂੰ ਔਰ ਬਹੁਤ ਛੇਤੀ ਸਾਰਾ ਕੁਝ ਖੋਲ ਦਿੱਤਾ। ਉਹਦਾ ਖਮਿਆਜ਼ਾ ਹੁਣ ਆਮ ਜਨਤਾ ਭੁਗਤ ਰਹੀ। ਇਸ ਦਰਮਿਆਨ ਸਭ ਤੋਂ ਜਿਹੜਾ ਦੁਖਦਾਈ ਖਬਰ ਜਿਹੜੀ ਮੈਨੂੰ ਲੱਗੀ ਆ ਉਹ ਹੈ ਕਿ ਪਿਛਲੇ 3 ਦਿਨਾਂ ਤੋਂ ਖਬਰਾਂ ਆ ਰਹੀਆਂ ਕਿ 71 ਪਹਿਲਾਂ ਡੈਡ ਬੋਡੀਜ਼ ਬਕਸਰ ਬਿਹਾਰ ਦੇ ਗੰਗਾ ਦਰਿਆ ਦੇ ਵਿੱਚ ਅਨਕਲੇਮਡ ਬੋਡੀਜ਼ ਪਾਈਆਂ ਗਈਆਂ। ਫਿਰ ਉਸ ਤੋਂ ਅਗਲੇ ਦਿਨ ਖਬਰ ਆਉਂਦੀ ਕਿ ਗਾਜ਼ੀਪੁਰ ਵਿੱਚ ਉੱਤਰ ਪ੍ਰਦੇਸ਼ ਵਿੱਚ ਸ਼ਾਇਦ 31 ਕੇ 32 ਬੋਡੀਜ਼ ਫਿਰ ਇਸੇ ਤਰ੍ਹਾਂ ਹੀ ਦਰਿਆ ਦੇ ਵਿੱਚ ਲਾਸ਼ਾਂ ਜਿਹੜੀਆਂ ਮਿਲੀਆਂ। ਅੱਜ ਦੀ ਟ੍ਰਿਬਿਊਨ ਨੇ ਇਹ ਰਿਪੋਰਟ ਕੀਤਾ ਵਾ ਕਿ 52 ਹੋਰ ਬੋਡੀਜ਼ ਜਿਹੜੀਆਂ ਨੇ ਉਹ ਬਲੀਆ, ਜਿਹੜਾ ਉੱਤਰ ਪ੍ਰਦੇਸ਼ ਦਾ ਬਲੀਆ ਜ਼ਿਲ੍ਹਾ ਹੈ, ਉਸ ਵਿੱਚ ਗੰਗਾ ਦੀ ਨਦੀ ਵਿੱਚ ਬਹਿੰਦੀਆਂ ਫਿਰ ਮਿਲੀਆਂ। ਸਿਰਫ ਇਹ ਮੈਂ ਬਿਆਨ ਦੇਖ ਰਿਹਾ ਸੁਣ ਰਿਹਾ ਸਰਕਾਰ ਵੱਲੋਂ ਕਿ ਅਸੀਂ ਇਹਨਾਂ ਦਾ ਅੰਤਿਮ ਸੰਸਕਾਰ ਬੜੇ ਜੋ ਰਿਸਪੈਕਟਫੁਲ ਤਰੀਕੇ ਦੇ ਨਾਲ ਅੰਤਿਮ ਸੰਸਕਾਰ ਕਰਤਾ। ਕੀ ਇਹ ਕਾਫੀ ਹੈ? ਇਹ ਲਾਸ਼ਾਂ ਕਿਹਦੀਆਂ ਨੇ? 71, 32 ਤੇ 52, ਇਹ ਲਗਭਗ ਨਹੀਂ ਤਾਂ 150 ਤੋਂ ਉੱਤੇ ਆਦਮੀ ਮਰ ਚੁੱਕਾ ਵਾ ਜਿਹੜਾ ਦਰਿਆ ਵਿੱਚ ਅਨਕਲੇਮਡ ਬੋਡੀਜ਼ ਆ। ਇਹ ਕਿਹਨਾਂ ਦੀਆਂ ਨੇ? ਇਹ ਕੀ ਕੋਵਿਡ ਕਰਕੇ ਮਰੇ ਨੇ? ਕੀ ਹੋਰਨਾਂ ਕਾਰਨਾਂ ਕਰਕੇ ਮਰੇ ਨੇ? ਇਸ ਦੀ ਕੋਈ ਜਾਂਚ ਨਹੀਂ ਆਰਡਰ ਕੀਤੀ ਪ੍ਰਾਈਮ ਮਿਨਿਸਟਰ ਨੇ ਜਾਂ ਹੋਮ ਮਿਨਿਸਟਰ ਆਫ ਇੰਡੀਆ ਨੇ। ਇਹਦੀ ਕੋਈ ਇਨਕੁਆਇਰੀ ਨਹੀਂ ਆਰਡਰ ਕੀਤੀ, ਇਹਦੀ ਕੋਈ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸ਼ਾਇਦ ਕਿਸੇ ਦੁਨੀਆ ਦੇ ਹੋਰ ਮੁਲਕ ਦੇ ਵਿੱਚ ਇਦਾਂ 150 ਦੇ ਕਰੀਬ ਲਾਸ਼ਾਂ ਮਿਲੀਆਂ ਹੁੰਦੀਆਂ ਦਰਿਆ ਦੇ ਵਿੱਚੋਂ ਤਾਂ ਇੱਕ ਵਾਰ ਧੜਥੱਲੀ ਮੱਚ ਜਾਣੀ ਸੀਗੀ। ਕੋਰਟਾਂ ਕਚਹਿਰੀਆਂ ਨੇ ਸੁਓ ਮੋਟੋ ਨੋਟਿਸ, ਚੀਫ ਜਸਟਿਸ ਸੁਪਰੀਮ ਕੋਰਟ ਆਫ ਇੰਡੀਆ ਨੂੰ ਆਪੇ ਹੀ ਸੁਓ ਮੋਟੋ ਨੋਟਿਸ ਲੈਣਾ ਚਾਹੀਦਾ ਸੀ। ਇਹਦੇ ਨਾਲੋਂ ਜ਼ਿਆਦਾ ਤਾਂ ਹੋਰ ਦੁਖਦਾਈ ਖਬਰ ਹੋ ਹੀ ਨਹੀਂ ਸਕਦੀ। ਲੇਕਿਨ ਮੈਂ ਦੇਖ ਰਿਹਾ ਕਿ ਉਹ ਨੋਰਮਲ ਜੇ ਕੋਰਸ ਵਿੱਚ ਜਿੱਦਾਂ ਟੈਲੀਵਿਜ਼ਨ ਨੇ 1-2 ਦਿਨ ਖਬਰਾਂ ਚਲਾਈਆਂ, ਅਖਬਾਰਾਂ ਨੇ ਇੱਕ ਅੱਧੀ ਵਾਰੀ ਛਾਪ ਦਿੱਤਾ ਤੇ ਉਹ ਵਿਚਾਰੇ 150 ਦੇ ਬੰਦੇ ਹੋ ਗਏ। ਇਹਦੇ ਨਾਲੋਂ ਜ਼ਿਆਦਾ ਬ੍ਰੇਕਡਾਊਨ ਆਫ ਹੈਲਥ ਕੇਅਰ ਸਿਸਟਮ ਆਪਣੇ ਦੇਸ਼ ਦਾ ਨਹੀਂ ਹੋ ਸਕਦਾ। ਵੈਸੇ ਵੀ ਤੁਸੀਂ ਦੇਖ ਰਹੇ ਹੋ ਕਿ ਸਾਰੇ ਦੇਸ਼ ਵਿੱਚ ਆਕਸੀਜਨ ਦੀ ਘਾਟ, ਆਕਸੀਜਨ ਦੇ ਕਨਸੈਂਟਰੇਟਰਸ ਦੀ ਬਲੈਕ ਮਾਰਕੀਟਿੰਗ, ਚੰਗੇ ਅਮੀਰ ਆਦਮੀ ਦਿੱਲੀ ਵਿੱਚ ਖਾਨ ਮਾਰਕੀਟ ਜਿਨ੍ਹਾਂ ਦੇ ਰੈਸਟੋਰੈਂਟਸ ਹੈ, ਉਹ ਆਦਮੀ ਆਕਸੀਜਨ ਦੇ ਕਨਸੈਂਟਰੇਟਰਸ ਦੀ ਇਹਨਾਂ ਦਿਨਾਂ ਵਿੱਚ ਕਾਲਾ ਬਾਜ਼ਾਰੀ ਕਰ ਰਹੇ ਨੇ। ਔਰ ਉੱਤਰ ਪ੍ਰਦੇਸ਼ ਦੇ ਬਹੁਤ ਸਾਰੇ ਹਸਪੀਟਲ ਦੇ ਵਿੱਚ BBC ਔਰ CNN ਇੰਟਰਨੈਸ਼ਨਲ ਮੀਡੀਆ ਨੇ, ਆਪਣਾ ਤਾਂ ਚਲੋ ਮੀਡੀਆ ਸ਼ਾਇਦ ਕਈ ਵਾਰੀ ਗੱਲਾਂ ਲੁਕਾਉਂਦਾ ਦਬਾਉਂਦਾ ਵਾ, ਇੰਟਰਨੈਸ਼ਨਲ ਮੀਡੀਆ ਨੇ ਦਿਖਾਤਾ ਕਿ ਕਿਸ ਤਰ੍ਹਾਂ ਲੋਕ ਤੜਫ ਰਹੇ ਨੇ। ਉਹਨਾਂ ਦੇ ਕੋਲ ਕੋਈ ਵਿਵਸਥਾ ਨਹੀਂ ਹੈ, ਉਹਨਾਂ ਦੇ ਕੋਲ ਕੋਈ ਆਕਸੀਜਨ ਨਹੀਂ, ਉਹਨਾਂ ਦੇ ਕੋਲ ਬੈੱਡਸ ਨਹੀਂ ਹੈ। ਇੱਥੋਂ ਤੱਕ ਕਿ ਉੱਤਰ ਪ੍ਰਦੇਸ਼ ਵਿੱਚ ਲੋਕ ਆਪਣੇ ਫੋਲਡਿੰਗ ਬੈੱਡਸ ਲੈ ਕੇ ਹਸਪੀਟਲ ਵਿੱਚ ਆਪ ਖੁਦ ਜਾ ਰਹੇ ਨੇ ਔਰ ਲੱਖਾਂ ਦੀ ਤਾਦਾਦ ਵਿੱਚ ਮੌਤਾਂ ਹੋ ਚੁੱਕੀਆਂ ਨੇ। ਲੇਕਿਨ ਸਾਡੇ ਦੇਸ਼ ਦੇ ਰਾਜ ਕਰਨ ਵਾਲਿਆਂ ਦੀ ਹਲੇ ਤੱਕ ਕੋਈ ਸਹੀ ਮਾਇਨਿਆਂ ਵਿੱਚ ਕੋਈ ਜੂਨ ਨਹੀਂ ਸਰਕੀ। ਪੰਜਾਬ ਸਰਕਾਰ ਨੂੰ ਸ਼ਾਇਦ 320 ਜਿਹੜੇ ਆਕਸੀਜਨ ਦੇ ਕਨਸੈਂਟਰੇਟਰਸ ਭੇਜੇ ਗਏ ਨੇ ਜਾਂ ਵੈਂਟੀਲੇਟਰਸ ਭੇਜੇ ਗਏ ਨੇ ਗਵਰਨਮੈਂਟ ਆਫ ਇੰਡੀਆ ਵੱਲੋਂ ਪ੍ਰਾਈਮ ਮਿਨਿਸਟਰ ਕੇਅਰ ਫੰਡ ਵਿੱਚੋਂ 320 ਜਿਹੜੇ ਵੈਂਟੀਲੇਟਰਸ ਭੇਜੇ ਪੰਜਾਬ ਸਰਕਾਰ ਨੂੰ। ਸਾਡੇ ਜਿਹੜੇ ਡਾਕਟਰ ਰਾਜ ਬਹਾਦਰ ਨੇ, ਜਿਹੜੇ ਇਸ ਵਕਤ ਹੈਲਥ ਐਡਵਾਈਜ਼ਰ ਨੇ ਗਵਰਨਮੈਂਟ ਦੇ, ਉਹਨਾਂ ਨੇ ਕਿਹਾ ਕਿ 90% ਵੈਂਟੀਲੇਟਰ ਖਰਾਬ ਨੇ, ਚੱਲ ਨਹੀਂ ਸਕਦੇ, ਇਹਦਾ ਤਾਂ ਕੋਈ ਫਾਇਦਾ ਨਹੀਂਗਾ। ਇਹਦਾ ਮਤਲਬ ਸਾਡਾ ਸਾਰਾ ਕੰਮ ਜਿਹੜਾ ਵਾ ਉਹ ਢਹਿ ਢੇਰੀ ਹੋ ਚੁੱਕਾ ਵਾ ਔਰ ਇਹਦਾ ਆਮ ਜਨਤਾ ਦੇ ਉੱਤੇ ਬਹੁਤ ਭਾਰੀ ਅਸਰ ਪੈ ਰਿਹਾ। ਜਿਨ੍ਹਾਂ ਲੋਕਾਂ ਦੇ ਪਰਿਵਾਰਾਂ ਦੇ ਵਿੱਚੋਂ ਮੈਂ ਦੇਖ ਰਿਹਾ ਸੀ ਇੱਕ ਪਰਿਵਾਰ ਚੋਂ 4 ਜੀਆਂ ਦੀ ਵੀ ਮੌਤ ਹੋ ਚੁੱਕੀ ਹੈ। ਔਰ ਮੈਨੂੰ ਆਪਣੇ ਹਲਕੇ 'ਚੋਂ ਬਹੁਤ ਸਾਰੀਆਂ ਰਿਪੋਰਟਸ ਆਉਂਦੀਆਂ ਕਿ ਜਿਹੜੇ ਕਮਰਸ਼ੀਅਲ ਹਸਪੀਟਲਸ ਨੇ ਉਹ COVID-19 ਦੇ ਨਾਮ ਤੇ ਬਹੁਤ ਪੈਸੇ ਚਾਰਜ ਕਰ ਰਹੇ ਨੇ। ਮੈਨੂੰ ਇੱਕ ਦੱਸਿਆ ਗਿਆ, ਆਈ ਡੋਨਟ ਨੋ ਹਾਊ ਫਾਰ ਇਟ ਇਜ਼ ਟਰੂ, ਕਿ ਬਰਿੰਦਪੁਰ ਤੋਂ ਮੇਰੇ ਹਲਕੇ ਦੇ ਵਿੱਚ ਖੱਸਣ ਪਿੰਡ 'ਚੋਂ ਕਨੈਕਟਡ ਇੱਕ ਪਰਿਵਾਰ ਆ, ਉਹਨਾਂ ਦੇ 9 ਜੀਆਂ ਨੂੰ ਕੋਵਿਡ ਹੋਇਆ। ਸ਼ਾਇਦ ਉਹਨਾਂ ਦਾ ਜਲੰਧਰ ਦੇ ਇੱਕ ਪ੍ਰਾਈਵੇਟ ਹਸਪੀਟਲ ਨੇ 9 ਜੀਆਂ ਦਾ ਇਲਾਜ ਕਰਨ ਵਾਸਤੇ 1 ਕਰੋੜ ਤੇ ਕੁਝ 10-15 ਲੱਖ ਰੁਪਇਆ ਚਾਰਜ ਕੀਤਾ, ਜਿੰਨੀ ਦੇਰ ਉਹਨਾਂ ਨੂੰ ਉੱਥੇ ਠੀਕ ਨਹੀਂ ਕੀਤਾ ਗਿਆ ਜਾਂ ਉਹਨਾਂ ਵਿੱਚੋਂ ਜਿਹੜਾ ਜ਼ਿਆਦਾ ਸੀਰੀਅਸ ਪੇਸ਼ੈਂਟ ਸੀ ਉਹਨਾਂ ਦਾ ਇਲਾਜ ਨਹੀਂ ਕੀਤਾ ਗਿਆ। ਕਿ ਸਾਡਾ ਦੇਸ਼ 21ਵੀਂ ਸਦੀ ਵਿੱਚ ਇੱਥੇ ਆਣ ਕੇ ਖੜ ਗਿਆ ਵਾ ਕਿ ਲਾਸ਼ਾਂ ਦਰਿਆਵਾਂ 'ਚ ਮਿਲ ਰਹੀਆਂ ਨੇ, ਆਕਸੀਜਨ ਦੇ ਜਿਹੜੇ ਤੇ ਜਾਂ ਵੈਂਟੀਲੇਟਰਸ ਜਿਹੜੀ ਕੇਂਦਰ ਦੀ ਸਰਕਾਰ ਪ੍ਰਾਈਮ ਮਿਨਿਸਟਰ ਕੇਅਰ ਫੰਡ 'ਚੋਂ ਪੰਜਾਬ ਨੂੰ ਭੇਜਦੀ ਆ, ਉਹ 90% ਖਰਾਬ ਚੱਲ ਰਹੇ ਨੇ। ਆਕਸੀਜਨ ਸਿਲੰਡਰਸ ਦੀ ਕਾਲਾਬਾਜ਼ਾਰੀ ਹੋ ਰਹੀ ਆ ਔਰ ਲੋਕ
ਧੜਾ ਧੜ ਮਰ ਰਹੇ ਨੇ ਹਸਪਤਾਲਾਂ ਦੇ ਬਾਅਦ ਚੀਖ ਚਿਹਾੜਾ ਪਿਆ ਹੋਇਆ ਵਾ ਲੇਕਿਨ ਸਰਕਾਰ ਨੇ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਹੈਲਥ ਐਮਰਜੈਂਸੀ ਜਾਂ ਇਹਨੂੰ ਜਿੰਨੀ ਸੰਜੀਦਗੀ ਦੇ ਨਾਲ ਲੈ ਕੇ ਇਸ ਨੂੰ ਟੈਕਲ ਕਰਨਾ ਚਾਹੀਦਾ ਸੀਗਾ ਉਹ ਨਹੀਂ ਕਰ ਸਕੇ। ਇਸ ਲਈ ਮੇਰੀ ਸਮੂਹ ਨਾਗਰਿਕਾਂ ਨੂੰ ਲੋਕਾਂ ਨੂੰ ਇਹ ਮੇਰੀ ਅਪੀਲ ਆ। ਮੈਂ ਦੇਖ ਰਿਹਾ ਕਿ ਬਹੁਤ ਕੁਝ ਹਲੇ ਵੀ ਆਮ ਜਨਤਾ ਉਹਨੂੰ ਫਲਾਊਟ ਕਰ ਰਹੀ ਹੈ। ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਕੋਵਿਡ ਤਾਂ ਹੈ ਹੀ ਨਹੀਂਗਾ, ਵੈਕਸੀਨੇਸ਼ਨ ਲਵਾਉਣ ਤੋਂ ਭੱਜ ਰਹੇ ਨੇ ਲੋਕ। ਮੇਰੀ ਨਹੀਂ, ਇਹ ਨਹੀਂ ਮੈਂ ਕਹਿ ਰਿਹਾ ਕਿ ਮੈਂ ਹੀ ਇਕੱਲਾ ਬਹੁਤ ਵੱਡਾ ਮਾਹਰ ਹਾਂ, ਪਰ ਮੈਂ ਸਭ ਕੁਝ ਦੇਖਣ ਪੜ੍ਹਨ ਸੁਣਨ ਤੋਂ ਬਾਅਦ ਇਹ ਕਹਿਣਾ ਚਾਹੁੰਦਾ ਵਾਂ ਕਿ ਇਸ ਨੂੰ ਪੂਰੀ ਸੰਜੀਦਗੀ ਨਾਲ ਲਵੋ ਸਾਰੇ ਜਾਣੇ, ਔਰ ਜਿੰਨੀ ਪ੍ਰੀਕਾਸ਼ਨਸ ਆਪਾਂ ਲੈ ਸਕਦੇ, ਕਿਉਂਕਿ ਪਹਿਲੀ ਲਹਿਰ ਜਿਹੜੀ ਆਈ ਸੀ ਨਾ ਉਹ ਪਿੰਡਾਂ 'ਚ ਨਹੀਂ ਸੀ ਪਹੁੰਚੀ। ਐਤਕੀ ਸੈਕੰਡ ਸਟ੍ਰੇਨ ਜਿਹੜਾ ਵਾ ਉਹ ਪਿੰਡਾਂ ਤੱਕ ਪਹੁੰਚ ਚੁੱਕਾ। ਤੀਸਰਾ ਸਟ੍ਰੇਨ ਐਕਸਪੈਕਟਡ ਹੈਗਾ ਸਪਟੈਂਬਰ ਵਿੱਚ। ਇਸ ਲਈ ਜਿੰਨਾ ਵੀ ਤੁਸੀਂ ਪ੍ਰੀਕਾਸ਼ਨ ਪਿੰਡਾਂ ਦੇ ਵਿੱਚ ਲੈ ਸਕਦੇ ਹੋ, ਬੇਲੋੜਾ ਨਾ ਫਿਰੋ ਤੁਰੋ। ਜੋ ਵੀ ਗਵਰਨਮੈਂਟ ਦੀਆਂ ਇਨਸਟਰਕਸ਼ਨ ਜਾਂ ਮਾਸਕ ਪਾਉਣਾ ਜਾਂ ਆਪਣੇ ਆਪ ਨੂੰ ਇੱਕ ਦੂਜੇ ਨਾਲ ਥੋੜੀ ਬਹੁਤੀ ਦੂਰੀ ਬਣਾ ਕੇ ਰੱਖਣੀ, ਉਹ ਕੋਸ਼ਿਸ਼ ਕਰੋ। ਮੈਨੂੰ ਪਤਾ ਕਿ ਲੋਕਾਂ ਦੇ ਮੁਸ਼ਕਲਾਤਾਂ ਨੇ, ਲੋਕਾਂ ਦੀ ਮੌਤਾਂ ਹੋ ਰਹੀਆਂ, ਭੋਗ ਹੋ ਰਹੇ ਨੇ, ਲੋਕਾਂ ਦੀਆਂ ਸ਼ਾਦੀਆਂ ਵੀ ਹੋ ਰਹੀਆਂ, ਪਰ ਜਿੰਨਾ ਇਹਤਿਆਤ ਰੱਖ ਸਕਦੇ ਆ ਉਨਾ ਤੁਹਾਨੂੰ ਫਾਇਦਾ। ਤੁਸੀਂ ਦੇਖ ਰਹੇ ਹੋ ਆਲੇ ਦੁਆਲੇ ਕਿ ਬਹੁਤ ਨੋਨ ਆਦਮੀ ਵੀ ਇਸ ਬਿਮਾਰੀ ਦਾ ਸ਼ਿਕਾਰ ਹੋਏ ਨੇ। ਸੁਪਰੀਮ ਕੋਰਟ ਦੇ ਜੱਜਸ, ਹਾਈ ਕੋਰਟ ਦੇ ਜੱਜਸ, MLAs, ਮਿਨਿਸਟਰਸ, ਜਿਹੜੇ ਲੋਕ ਇਹ ਕਹਿੰਦੇ ਸੀ ਇਹ ਤਾਂ ਬਿਮਾਰੀ ਕੋਈ ਚੀਜ਼ ਨਹੀਂ, ਕਿ ਉਹਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਉਹ ਕੋਵਿਡ ਦੇ ਨਾਲ ਉਹਨਾਂ ਦੀ ਮੌਤ ਹੋਈ ਆ। ਇਸ ਲਈ ਜਿੰਨਾ ਇਹਤਿਆਤ ਤੁਸੀਂ ਲੈ ਸਕਦੇ ਆ ਖੁਦ ਲਵੋ। ਸਰਕਾਰ ਨੂੰ ਮੈਂ ਕਹਿ ਸਕਦਾ ਕਿ ਕਾਨੂੰਨ ਬਣਾਉਣ ਦਾ ਫਾਇਦਾ ਕੀ ਜੇ ਉਸ ਨੂੰ ਲਾਗੂ ਨਹੀਂ ਕਰਨਾ। ਜੇ ਕੋਈ ਰੂਲਿੰਗ ਪਾਰਟੀ ਵਾਲਾ ਉਹ ਭਾਵਾਂ 2000 ਆਦਮੀ ਦਾ ਇਕੱਠ ਕਰ ਲਿਓ, ਉਹਦੇ ਤੇ ਕੋਈ ਪਰਚਾ ਨਹੀਂਗਾ। ਜੇ ਕੋਈ ਆਪੋਜੀਸ਼ਨ ਵਾਲਾ ਕੋਈ ਭੋਗ ਵੀ ਪਾ ਲੈਂਦਾ ਉਹਦੇ ਤੇ ਪਰਚਾ ਦਰਜ ਕੀਤਾ ਜਾਂਦਾ। ਇਹ ਸਾਰੀਆਂ ਗੱਲਾਂ ਗਲਤ ਆ। ਜਦ ਤੱਕ ਅਸੀਂ ਕਾਨੂੰਨ ਨੂੰ ਇੱਕਸਾਰ ਲਾਗੂ ਨਹੀਂ ਕਰਾਂਗੇ, ਸਭ ਤੇ ਇੱਕ ਤਰ੍ਹਾਂ ਦੀ ਪ੍ਰੋਪਰ ਇੰਪਲੀਮੈਂਟੇਸ਼ਨ ਨਹੀਂ ਕਰਾਂਗੇ, ਉਨੀ ਦੇਰ ਤੱਕ ਲੋਕਾਂ ਦਾ ਭਰੋਸਾ ਹੀ ਨਹੀਂ ਵੱਜਦਾ। ਤਾਈਓ ਸਾਡਾ ਦੇਸ਼ ਅੱਜ ਤੱਕ ਪਛੜਿਆ ਹੋਇਆ ਵਾ, ਕਿਉਂਕਿ ਇੱਥੇ ਕਾਨੂੰਨ ਦੀ ਪਾਲਣਾ, ਇਸ ਤੇ ਕਾਨੂੰਨ ਨੂੰ ਇੰਪਲੀਮੈਂਟ ਕਰਨ ਦੀ ਕਿਸੇ 'ਚ ਇੱਛਾ ਸ਼ਕਤੀ ਨਹੀਂ ਗੀ। ਇਸ ਲਈ ਮੇਰੀ ਤਾਂ ਸਿਰਫ ਸਭ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਿ ਇਸ ਨੂੰ ਜਿੰਨੀ ਸੰਜੀਦਗੀ ਨਾਲ ਲੈ ਸਕਦੇ ਹੋ ਇਸ ਨੂੰ ਲਵੋ, ਜਿੰਨਾ ਇਹਤਿਆਤ ਰੱਖ ਸਕਦੇ ਹੋ ਉਹ ਲਵੋ। ਬਹੁਤ ਜ਼ਰੂਰੀ ਕੰਮ ਹੈ, ਜ਼ਰੂਰ ਕਰੋ, ਕੋਈ ਗੱਲ ਨਹੀਂ ਹੈਗੀ, ਲੇਕਿਨ ਜਿਹੜੇ ਬੇਲੋੜੇ ਆਪਾਂ ਰਸ਼ ਕ੍ਰੀਏਟ ਕਰ ਰਹੇ ਹਾਂ ਜਾਂ ਅਨਨੈਸੈਸਰੀ ਇਕੱਠ ਕਰ ਰਹੇ ਹਾਂ, ਉਹਨਾਂ ਤੋਂ ਵੀ ਬਚਣ ਦੀ ਲੋੜ ਆ। ਪੋਲੀਟੀਕਲ ਰੈਲੀਆਂ ਬਹੁਤ ਹੋਈਆਂ, ਇਲੈਕਸ਼ਨਾਂ ਐਂ ਜਾਪਦਾ ਜਿੱਦਾਂ ਲੋਕਾਂ ਦੀਆਂ ਜਾਨਾਂ ਨਾਲੋਂ ਇਲੈਕਸ਼ਨਾਂ ਜ਼ਿਆਦਾ ਕੀਮਤੀ ਨੇ। ਇਸ ਲਈ ਮੈਂ ਤਾਂ ਤੁਹਾਨੂੰ ਸਿਰਫ ਇਹ ਕਹਿ ਸਕਦਾ ਵਾਂ ਕਿ ਆਪਾਂ ਸਾਰਾ ਕੁਝ ਆਪਣੇ ਸਾਹਮਣੇ ਹੈ। ਉਹ ਜਿਹੜੇ 150 ਲਾਸ਼ਾਂ ਮਿਲੀਆਂ ਗੰਗਾ ਦਰਿਆ 'ਚ, ਉਹ ਕਿਸੇ ਦੀਆਂ ਨੇ। ਮੈਂ ਤਾਂ ਹੈਰਾਨ ਆ ਕਿ ਉਹਨਾਂ ਪਰਿਵਾਰਾਂ ਨੇ ਵੀ ਆਣ ਕੇ ਮੋਹਰੇ ਆਣ ਕੇ ਆਵਾਜ਼ ਨਹੀਂ ਉਠਾਈ ਕਿ ਸਾਡੇ ਆਦਮੀ ਮਿਸਿੰਗ ਨੇ ਜਾਂ ਸਾਡੇ ਆਦਮੀਆਂ ਦੀ ਮੌਤਾਂ ਹੋ ਚੁੱਕੀਆਂ। ਉਹਨਾਂ ਨੂੰ ਕੋਈ ਕੰਪਨਸੇਸ਼ਨ, ਉਹਨਾਂ ਦੀ ਕੋਈ ਜਾਂਚ। ਆ ਜਿਹੜੀ CBI ਤੇ ਜਿਹੜੀ ED ਆ, ਸਿਰਫ ਬਦਲਾਖੋਰੀ ਨੇ ਰੱਖੀ ਹੋਈ ਹੈ ਮੋਦੀ ਸਾਹਿਬ। ਇਸ ਨੂੰ ਸਹੀ ਇਸਤੇਮਾਲ ਕਰਕੇ ਜਿਹੜੇ ਲੋਕਾਂ ਨੇ ਇਹ ਅਣਗਹਿਲੀ ਕੀਤੀ ਆ, ਜਿਨ੍ਹਾਂ ਦਾ ਐਡਾ ਭਾਰੀ ਨੁਕਸਾਨ ਹੋ ਗਿਆ, ਉਹਦੇ ਤੇ ਜ਼ਰੂਰ ਕੋਈ ਪੁਖਤਾ ਜਾਂਚ ਹੋਣੀ ਚਾਹੀਦੀ। ਔਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਕਹਿਣਾ ਚਾਹੁੰਦਾ, ਇਹਦੇ ਨਾਲੋਂ ਜ਼ਿਆਦਾ ਕੰਪੈਲਿੰਗ ਰੀਜ਼ਨ ਹੋਰ ਕੀ ਹੋ ਸਕਦਾ ਸੋ ਮੋਟੋ ਕੋਗਨੀਜੈਂਸ ਲੈਣ ਵਾਸਤੇ। ਤੁਹਾਨੂੰ ਆਪੇ ਖੁਦ ਅਖਬਾਰ ਪੜ੍ਹ ਕੇ ਇਸ ਦੀ ਜੇ ਸਰਕਾਰ ਨਹੀਂ ਕਰ ਰਹੀ ਤਾਂ ਤੁਹਾਨੂੰ ਇੱਕ ਬਹੁਤ ਸਪੈਸੀਫਿਕ ਟਾਈਮ ਬਾਉਂਡ ਜਾਂਚ ਜਿਹੜੀ ਆ ਉਹ ਜ਼ਰੂਰ ਆਰਡਰ ਕਰਨੀ ਚਾਹੀਦੀ ਆ। ਹੋਰ ਬੜੇ ਇਸ਼ੂਜ਼ ਨੇ, ਲੇਕਿਨ ਮੈਂ ਦੇਖ ਰਿਹਾ ਕਿ ਇਸ ਵਕਤ ਬਹੁਤ ਭਿਆਨਕ ਹਾਲਾਤ ਬਣੇ ਹੋਏ ਨੇ। ਔਰ ਲੋਕਡਾਊਨ ਜਿੰਨਾ ਵੀ ਹਲੇ ਇਸ ਨੂੰ ਥੋੜਾ ਇਸ ਚੇਨ ਨੂੰ ਤੋੜਨ ਵਾਸਤੇ ਜਿੰਨਾ ਵੀ ਕਰਨਾ ਹੋਵੇ, ਉਹ ਮੈਂ ਸਮਝਦਾ ਕਿ ਸਰਕਾਰ ਨੂੰ ਕਰਨ ਵਿੱਚ ਸੰਗਣਾ ਨਹੀਂ ਚਾਹੀਦਾ। ਠੀਕ ਹੈ, ਇਕਨੋਮੀ ਦਾ ਨੁਕਸਾਨ ਹੋ ਰਿਹਾ, ਪਰ ਇਕਨੋਮੀ ਵੀ ਤਾਂ ਹੀ ਹੋ ਜੇ ਜਾਨਾਂ ਬਚਣਗੀਆਂ ਤਾਂ। ਇਸ ਦਰਮਿਆਨ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜੇ ਛੋਟੇ ਦਰਮਿਆਨੇ ਦੁਕਾਨਦਾਰ ਨੇ, ਗਰੀਬ ਆਦਮੀ ਨੇ, ਜਾਂ ਟੈਕਸੀ ਡਰਾਈਵਰਸ ਨੇ, ਆਟੋ ਚਾਲਕ ਨੇ, ਦਿਹਾੜੀਦਾਰ ਨੇ, ਜਿਹੜੇ ਸੈਲਫ ਇੰਪਲੋਇਡ ਨੇ, ਉਹਨਾਂ ਨੂੰ ਸਰਕਾਰ ਨੂੰ ਥੋੜਾ ਮਹੀਨੇ ਦਾ ਉਨਾ ਕੁ ਜ਼ਰੂਰ ਪ੍ਰਬੰਧ ਕਰਕੇ ਦੇਣਾ ਚਾਹੀਦਾ ਜਿਹਦੇ ਨਾਲ ਉਹ ਘੱਟੋ ਘੱਟ ਆਪਣੀ 2 ਵਕਤ ਦੀ ਰੋਟੀ ਖਾ ਸਕਣ। ਸੋ ਇਹ ਅੱਜ ਦੇ ਇਸ ਮਸਲੇ ਦੇ ਉੱਤੇ ਮੇਰੇ ਵਿਚਾਰ ਸੀਗੇ। ਇੱਕ ਵਾਰ ਫਿਰ ਮੈਂ ਕਹੂੰਗਾ ਕਿ ਜਿੰਨੀ ਪ੍ਰੀਕਾਸ਼ਨ ਲੈ ਸਕਦੇ ਆ ਆਪਣੇ ਵਾਸਤੇ ਜ਼ਰੂਰ ਲਵੋ, ਤਾਂ ਕਿ ਹੋਰਨਾਂ ਨੂੰ ਵੀ ਇਫੈਕਟ ਨਾ ਹੋਵੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਇੱਕ ਵਾਰ ਫਿਰ ਮੈਂ ਬਹੁਤ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ ਜਿਹੜਾ 150 ਲਾਸ਼ਾਂ ਗੰਗਾ ਦੇ ਵਿੱਚ ਮਿਲੀਆਂ, ਤੇ ਉਹਨੂੰ ਆਪਾਂ ਇੱਕ ਪਾਸੇ ਕਹਿੰਦੇ ਕਿ ਸਾਡੀ ਮਾਤਾ ਵਾ, ਇਹ ਪਵਿੱਤਰ ਦਰਿਆ ਵਾ, ਤੇ ਇੱਕ ਪਾਸੇ ਅਸੀਂ ਉਹਨਾਂ ਲਾਸ਼ਾਂ ਦਾ ਕੋਈ ਹਿਸਾਬ ਲੈਣ ਵਾਸਤੇ ਵੀ ਤਿਆਰ ਨਹੀਂ, ਕੋਈ ਐਕਸ਼ਨ ਲੈਣ ਵਾਸਤੇ ਤਿਆਰ ਨਹੀਂ। ਇਹਦੇ ਨਾਲੋਂ ਜ਼ਿਆਦਾ ਅਫਸੋਸਨਾਕ ਗੱਲ ਮੈਂ ਸਮਝਦਾ ਨਹੀਂ ਹੋ ਸਕਦੀ। ਤੁਹਾਡਾ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ।